श्री वाहिगुरु जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। चकर चहन अर बरन जात अर पात नहन जेहे रूप रंग अर रेख पेख को कह न सकत केहे। अचल मूरत अनुभव प्रकाश अम तोज कहजै। कोट इंद्र इंद्राण साहे साहान गणजै। तरे भवन महीप सुर नर असुर नेत नेत बन तृण कहत। तव सर्व नाम कथा कवन कर्म नाम बरनत समत। राख लेहो हम ते बेगरी सील धर्म जप भगत न कीने। हौ अबमान टेढ़ पगरी अमर जान संची एह काया। एह मिथ्या काची गगरी जिन्हें नवाज साज हम किए। तिसै बिसार अवर लगरी संधक तोहे साध नहीं कहियो। शरण परे तुमरी पगरी कह कबीर एह बिनती सुनियो। मत घालो जम की खबरी कह कबीर एह बिनती सुनियो। मत घालो जम की खबरी हम अवगुण भरे एक गुण नाही। अमृत छाड़ बिख बिख खाई माया मोह परम पै फूले। सुत दारा स्यों प्रीत लगाई उत्तम पंथ सुन्यो गुर संगत। तेह मिलंत जम त्रास मिटाई। अरदास पाठ कीरत की गुर रामदास। राखो शरणाई सुकहो टल गुर सेविया। अहनस सहज दर्शन परसै गुरु का। जन्म मरण दुख होवै सिफत खसंदि। नूर अर सह कुर सह तुद डिठे सच्चे पातशाह। मल जन्म जन्म दी सज्जन सच्चा पात साहु। सिर साध शाहो जिस पास बैठिया सोहिया। सभना दा वेसा सतनाम
श्री वाहिगुरु साहिब जी। तनासरी महला पहला छंत। इक ओंकार सतगुर प्रसाद। तीरथ नावण जाओ तीरथ नाम है। तीरथ शब्द विचार अंतर ज्ञान है। तीरथ नावण जाओ तीरथ नाम है। तीरथ शब्द विचार अंतर ज्ञान है। गुर ज्ञान साचा थान तीरथ। दास पूरब सदा दशहरा। हाँ नाम हर का सदा जाचो। देहो प्रभ तारणी तरा। संसार रोगी नाम दारू। मैल लागे सच बिना। गुरबाक निर्मल सदा चानन। नित साच तीरथ मज्जना। साच न लागे मैला। क्या मल धोइए। गुण है हार परोए। किस को रोइए। विचार मारै तरै तारै। उलट जोन न आवे। आप पारस परम त्यानी। साच साचे पावे। आनंद आनंदिन हरख साचा। दुख किल विख पर हरे। सच नाम पाया गुर दिखाया। मैल नाही सच मने। संगत मीत मिलाप पूरा नावणो। गावे गावण हार शब्द सुहावणो। सालाहे साचे मन सतगुर पुन दान दया मते। फिर संग पावै सहज नावै। बेणीता संगम सत सते। आराध एकंकार साचा। नित दे चढ़ै सवाया। गात संग मीता संत संगत। कर नदर मेल मिलाया। कहन कहै सब कोय केवड आखियै। हाँ मूरख नीच अजान समझा साखियै। सच गुर के साखे अमृत पाखे। तित मन मानिया मेरा। कूच करह आवह बिखला दे। शब्द सच्चै गुर मेरा।
ਆਖਣ ਤੋਟ ਨ ਭਗਤ ਭੰਡਾਰੇ, ਭਰਪੂਰ ਰਹਿਆ ਸੋਈ। ਨਾਨਕ ਸਾਚ ਕਹੈ ਬੇਨੰਤੇ, ਮਨ ਮਾਂਜੈ ਸੱਚ ਸੋਈ। ਆਖਣ ਤੋਟ ਨ ਭਗਤ ਭੰਡਾਰੇ, ਭਰਪੂਰ ਰਹਿਆ ਸੋਈ। ਨਾਨਕ ਸਾਚ ਕਹੈ ਬੇਨੰਤੀ, ਮਨ ਮਾਂਜੈ ਸੱਚ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਾਹਿਬ ਨੌਵੇਂ ਗੁਰਦੇਵ ਵੈਰਾਗ ਤਿਆਗ ਅਨੁਰਾਗ ਦੀ ਮਹਾਨ ਮੂਰਤ, ਮਿਹਰਬਾਨ ਪਰਮ ਦਿਆਲੂ ਕਿਰਪਾਲੂ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਇਤਿਹਾਸਕ ਸਥਾਨ ਤੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਆਪ ਜੀ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਤੁਰਕੀ ਅਕਾਲੀ ਬਾਣੀ ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਨਾਲ ਸਤਿਕਾਰ ਨਾਲ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਸ਼ਬਦ ਦੀ ਵਿਚਾਰ ਨਾਲ ਜੁੜੀਏ। ਆਦਿ ਗੁਰੂ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਏ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਛੰਤ ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਤਨਾਸਰੀ ਹੈ ਔਰ ਪਹਿਲੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਛੰਤ ਹਨ। ਮੰਗਲਾਚਰਨ ਕਰਦੇ ਹਨ। ਅਕਾਲ ਪੁਰਖ ਇੱਕ ਹੈ, ਅਦੁੱਤੀ ਹੈ। ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਵਿਆਪਕ ਹੈ ਔਰ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਨਿਰੰਕਾਰ ਦੇ ਪਰਮੇਸ਼ਰ ਦੇ ਐਸੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਸਾਖਸ਼ਾਤਕਾਰ ਹੁੰਦਾ ਹੈ। ਮੰਗਲਾਚਰਨ ਕਰਕੇ ਮਹਾਰਾਜ ਸ਼ਬਦ ਦੀ ਆਰੰਭਤਾ ਕਰਦੇ ਹਨ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਪਵਿੱਤਰ ਸਥਾਨ ਹੋਵੇ ਉਹਨੂੰ ਕਹਿੰਦੇ ਨੇ ਤੀਰਥ। ਚੱਲ ਰਹੀ ਕਿਸੇ ਨਦੀ ਦੇ ਕਿਨਾਰੇ ਤੇ ਕਿਸੇ ਮਹਾਂਪੁਰਸ਼ ਮਹਾਤਮਾ ਨੇ ਬੰਦਗੀ ਕੀਤੀ,
ਸਾਧਨਾ ਕੀਤੀ, ਉੱਥੇ ਤੀਰਥ ਬਣ ਗਏ। ਤੀਰਥ ਦਾ ਮਤਲਬ ਹੈ ਪਵਿੱਤਰ ਅਸਥਾਨ। ਜਗਤ ਗੁਰੂ ਬਾਬਾ ਜੀ ਕਹਿੰਦੇ, ਮੈਂ ਹੋਰ ਕਿਹੜੇ ਤੀਰਥ ਤੇ ਨਹਾਵਣ ਜਾਵਾਂ? ਕਿਉਂ? ਕਿਉਂਕਿ ਮੇਰੇ ਕੋਲ ਤਾਂ ਪਹਿਲਾਂ ਹੀ ਪਰਮੇਸ਼ਰ ਦੇ ਨਾਮ ਦਾ ਤੀਰਥ ਮੌਜੂਦ ਹੈ। ਨਿਰੰਕਾਰ ਦੇ ਨਾਮ ਦਾ ਤੀਰਥ ਤਾਂ ਪਹਿਲਾਂ ਹੀ ਹੈ ਮੇਰੇ ਪਾਸ। ਹੁਣ ਉਹਦੇ ਤੋਂ ਇਲਾਵਾ ਹੋਰ ਕਿਹੜੇ ਤੀਰਥ ਤੇ ਨਹਾਵਣ ਜਾਵਾਂ? ਕਿਉਂਕਿ ਨਾਮ ਜਪ ਕੇ ਵੀ ਤਾਂ ਪਵਿੱਤਰਤਾ ਪ੍ਰਾਪਤ ਹੁੰਦੀ। ਮਾਨਿਅਤਾ ਹੈ ਕਿ ਤੀਰਥਾਂ 'ਚ ਇਸ਼ਨਾਨ ਕਰਕੇ ਸਰੀਰ ਪਵਿੱਤਰ ਹੁੰਦਾ, ਮਨ ਪਵਿੱਤਰ ਹੁੰਦਾ ਹੈ। ਤਾਂ ਮਹਾਰਾਜ ਜੀ ਕਹਿੰਦੇ, ਸਾਡਾ ਮਨ ਤਾਂ ਪਰਮੇਸ਼ਰ ਦੇ ਨਾਮ ਦੁਆਰਾ ਪਵਿੱਤਰ ਹੋ ਚੁੱਕਾ ਹੈ। ਫਿਰ ਨਾਮ ਤੋਂ ਵੱਡਾ ਤੀਰਥ ਕਿਹੜਾ ਹੋ ਸਕਦਾ? ਦੁਨੀਆ 'ਚ ਜਿੰਨੇ ਵੀ ਤੀਰਥ ਕਿਤੇ ਬਣੇ ਨੇ, ਉਹਨਾਂ ਸਾਰੇ ਤੀਰਥਾਂ ਤੇ ਕਿਸੇ ਨਾ ਕਿਸੇ ਮਹਾਤਮਾ ਨੇ, ਕਿਸੇ ਨਾ ਕਿਸੇ ਰਿਸ਼ੀ ਨੇ, ਮੁਨੀ ਨੇ, ਤਪਸਵੀ ਨੇ ਪਰਮੇਸ਼ਰ ਦਾ ਭਜਨ ਕੀਤਾ। ਉਹ ਤਾਂ ਹੀ ਬਣੇ ਨੇ ਨਾ ਤੀਰਥ। ਤਾਂ ਸਾਹਿਬ ਕਹਿੰਦੇ, ਫਿਰ ਨਾਮ ਰੂਪੀ ਤੀਰਥ ਤਾਂ ਸਾਡੇ ਕੋਲ ਮੌਜੂਦ ਹੈ। ਹੁਣ ਉਸ ਨਾਮ ਰੂਪੀ ਤੀਰਥ ਦੇ ਹੁੰਦਿਆਂ ਮੈਂ ਹੋਰ ਕਿਹੜੇ ਤੀਰਥ ਤੇ ਜਾਵਾਂ? ਕਿਹੜੇ ਤੀਰਥ ਤੇ ਨਹਾਵਣ ਜਾਵਾਂ? ਜਪਜੀ ਸਾਹਿਬ ਦੇ ਅੰਦਰ ਜਗਤ ਗੁਰੂ ਬਾਬਾ ਜੀ ਬਚਨ ਕਰਦੇ ਨੇ, ਤੀਰਥ ਨਹਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਉਹਨੂੰ ਭਾ ਜਾਵਾਂ, ਇਹੀ ਸਭ ਤੋਂ ਵੱਡਾ ਤੀਰਥ ਹੈ ਮੇਰੇ ਲਈ, ਤੀਰਥ ਇਸ਼ਨਾਨ ਹੈ। ਜੇ ਉਹਨੂੰ ਮੈਂ ਚੰਗਾ ਹੀ ਨਹੀਂ ਲੱਗਦਾ, ਉਹਨੂੰ ਪਾਉਂਦਾ ਹੀ ਨਹੀਂ, ਤਾਂ ਉਹਨੂੰ ਪਾਏ ਬਿਨਾਂ ਮੈਂ ਫਿਰ ਕਿਸੇ ਤੀਰਥ ਵਿੱਚ ਨਹਾ ਕੇ ਕੀ ਕਰਨਾ, ਕੀ ਹਾਸਲ ਹੋਣਾ ਮੈਨੂੰ, ਜੇ ਉਹਨੂੰ ਮੈਂ ਚੰਗਾ ਹੀ ਨਾ ਲੱਗਾ, ਉਹਨੂੰ ਪਾਵਾਂ ਹੀ ਨਾ। ਸਾਹਿਬ ਅੰਦਰ ਦੇ ਤੀਰਥ ਦਾ ਜ਼ਿਕਰ ਕਰਦੇ ਨੇ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਸੁਣਨਾ, ਸੁਣ ਕੇ ਗੁਰੂ ਕੀ ਗੱਲ ਨੂੰ ਮੰਨਣਾ, ਫਿਰ ਉਹਨੂੰ ਆਪਣੇ ਹਿਰਦੇ 'ਚ ਵਸਾਉਣਾ, ਔਰ ਜੋ ਗੁਰੂ ਨੇ ਕਿਹਾ ਉਹਦੇ ਨਾਲ ਪ੍ਰੇਮ ਕਰਕੇ ਉਹਦੇ ਮੁਤਾਬਕ ਚੱਲਣਾ। ਇਹ ਅੰਦਰ ਦਾ ਤੀਰਥ ਹੈ। ਇਹਦੇ ਵਿੱਚ ਗੁਰਸਿੱਖੋ ਮਲ ਮਲ ਕੇ ਨਹਾਓ ਜਿੰਨਾ ਨਾਤਾ ਜਾਂਦਾ। ਇਹ ਅੰਦਰ ਦਾ ਤੀਰਥ ਹੈ। ਜਿੱਥੇ ਨਾਮ ਜਪਿਆ ਜਾਂਦਾ ਉੱਥੇ ਤਾਂ 68 ਤੀਰਥ ਆਪ ਪਹੁੰਚ ਜਾਂਦੇ ਆ ਉਹਨਾਂ ਦੇ ਚਰਨਾਂ ਦੀ ਧੂੜੀ ਲੈਣ ਵਾਸਤੇ। 68 ਤੀਰਥ ਜਹ ਸਾਧ ਪਗ ਧਰੈ, ਉਹ ਥਾਂ 68 ਤੀਰਥ ਬਣ ਜਾਂਦੀ ਹੈ। ਜਿਸ ਜਗ੍ਹਾ ਤੇ ਕੋਈ ਨਾਮ ਜਪਣ ਵਾਲਾ ਗੁਰਮੁਖ, ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਮਹਾਂਪੁਰਸ਼ ਸਾਧੂ ਆਪਣੇ ਚਰਨ ਰੱਖਦਾ, ਆਪਣੇ ਪੈਰ ਰੱਖਦਾ, ਉਹ ਥਾਂ 68 ਤੀਰਥਾਂ ਦੇ ਤੁੱਲ ਹੋ ਜਾਂਦੀ। ਜਾਣ ਕੇ ਚਰਨ ਤੀਰਥ ਕੋਟ ਗੰਗਾ, ਰੱਬ ਦੇ ਪਿਆਰਿਆਂ ਦੇ ਚਰਨ ਕਰੋੜਾਂ ਤੀਰਥਾਂ ਦੇ ਸਮਾਨ ਕਹਿ ਲਈਏ, ਜਾਂ ਕਹਿ ਲਈਏ ਕਰੋੜਾਂ ਗੰਗਾ ਹਨ ਉਹਨਾਂ ਦੇ ਚਰਨਾਂ ਵਿੱਚ ਜਿਹੜੇ ਨਾਮ ਜਪਣ ਵਾਲੇ ਨੇ। ਕਬੀਰ ਜੀ ਜੈਸੇ ਮਹਾਂਪੁਰਸ਼ਾਂ ਨੇ ਤਦ ਹੀ ਕਿਹਾ ਕਿ ਮੇਰਾ ਮਨ ਹੁਣ ਇਤਨਾ ਨਿਰਮਲ ਤੇ ਪਵਿੱਤਰ ਹੋ ਗਿਆ ਜਿਵੇਂ ਗੰਗਾ ਦਾ ਨੀਰ। ਹੁਣ ਉਸ ਗੰਗਾ ਵਿੱਚ ਜਾ ਕੇ ਨਹਾਉਣ ਦੀ ਮੇਰੇ ਲਈ ਕੋਈ ਜ਼ਰੂਰਤ ਨਹੀਂ ਰਹੀ, ਕਿਉਂਕਿ ਮੈਂ ਖੁਦ ਗੰਗਾ ਦੇ ਜਲ ਵਾਂਗੂ ਪਵਿੱਤਰ ਹੋ ਗਿਆ, ਪਾਵਨ ਹੋ ਗਿਆ। ਤੋ ਨਾਮ ਰੂਪੀ ਤੀਰਥ ਇਹ ਸਭ ਤੋਂ ਸ੍ਰੇਸ਼ਟ ਤੀਰਥ ਹੈ। ਗੁਰੂ ਕੇ ਸਿੱਖ ਵਾਸਤੇ ਆਪਣੇ ਗੁਰੂ ਕੇ ਅਸਥਾਨ ਮਹਾਨ ਤੀਰਥ ਨੇ। ਮਹਾਨ ਤੀਰਥ ਜਿੱਥੇ ਸਤਿਗੁਰਾਂ ਦੇ ਚਰਨ ਪਏ ਨੇ, ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੈ, ਜਿੱਥੇ ਸਤਿਗੁਰਾਂ ਦਾ ਸਥਾਨ ਹੈ, ਸਤ ਸੰਗਤ ਹੈ, ਗੁਰੂ ਕੇ ਸਿੱਖ ਵਾਸਤੇ ਵੱਡਾ ਤੀਰਥ ਹੈ। ਅੱਗੇ ਜਾ ਕੇ ਬਚਨ ਇਹ ਵੀ ਆ ਰਹੇ ਨੇ।
ਜਿਤਨੇ ਗੁਰ ਅਸਥਾਨ ਨੇ ਸਾਡੇ ਲਈ ਤੀਰਥ ਨੇ। ਕਿਉਂ ਇਹਨਾਂ ਅਸਥਾਨਾਂ ਦੇ ਉੱਤੇ ਨਾਮ ਜਪਣ ਦੀ ਪ੍ਰੇਰਨਾ, ਨਾਮ ਜਪਣ ਦੀ ਕਮਾਈ ਕਰਨ ਦੀ ਪ੍ਰੇਰਨਾ ਮਿਲਦੀ ਹੈ। ਤੋ ਜਿੱਥੇ ਨਾਮ ਦੀਆਂ ਛਹਿਬਰਾਂ ਲੱਗੀਆਂ ਹੋਣ ਉਹ ਤੀਰਥ ਹੀ ਹੋਇਆ ਨਾ। ਜਿਨ੍ਹਾਂ ਪਾਵਨ ਤਾਲਾਂ ਵਿੱਚ ਗੁਰਦੇਵ ਨੇ ਆਪਣੇ ਚਰਨ ਪਾਏ ਨੇ ਉਹ ਗੁਰਸਿੱਖ ਵਾਸਤੇ ਤੀਰਥ ਨੇ। ਇਸ ਕਰਕੇ ਗੁਰਸਿੱਖ ਦੀ ਤੀਰਥ ਯਾਤਰਾ ਹੋ ਜਾਂਦੀ ਹੈ ਜਦੋਂ ਉਹ ਚੱਲ ਕੇ ਆਪਣੇ ਸਤਿਗੁਰਾਂ ਦੀ ਹਜ਼ੂਰੀ 'ਚ ਹਾਜ਼ਰੀ ਭਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ, ਕਥਾ ਸੁਣਦਾ, ਕੀਰਤਨ ਸੁਣਦਾ, ਤਾਂ ਗੁਰਸਿੱਖ ਦੀ ਤੀਰਥ ਯਾਤਰਾ ਹੋ ਗਈ। ਨਾਮ ਰੂਪੀ ਤੀਰਥ। ਗੁਰਦੁਆਰਾ ਸੁਧਾਰ ਲਹਿਰ ਚੱਲੀ ਕਿਉਂਕਿ ਕੁਝ ਵਿਗੜੇ ਹੋਏ ਸਾਧ ਸਨ ਜਿਨ੍ਹਾਂ ਨੇ ਗੁਰ ਅਸਥਾਨਾਂ ਦੀ ਮਰਿਆਦਾ ਨੂੰ ਭੰਗ ਕੀਤਾ। ਉਹਨਾਂ ਵਿੱਚੋਂ ਇੱਕ ਸਾਧ ਸੀ ਗੁਰੂ ਕੇ ਬਾਗ ਦਾ ਮਹੰਤ, ਉਹਦਾ ਨਾਂ ਸੀ ਸੁੰਦਰਦਾਸ। ਕਿਉਂਕਿ ਅੱਜ ਇਤਿਹਾਸਕ ਦਿਨ ਹੈ, ਗੁਰੂ ਕੇ ਬਾਗ ਦਾ ਸ਼ਹੀਦ ਜਿਹੜਾ ਮੋਰਚਾ ਹੈ ਅੱਜ ਉਸ ਦਾ ਦਿਨ ਹੈ। ਇਹਨੇ ਬਦ ਫੈਲੀਆਂ ਕਰਨੀਆਂ ਇੱਥੇ ਰਹਿ ਕੇ। ਅੰਗਰੇਜ਼ਾਂ ਦੀ ਛਹਿ ਸੀ, ਅੰਗਰੇਜ਼ ਚਾਹੁੰਦੇ ਸੀ ਕਿ ਇਹਨਾਂ ਸਾਧਾਂ ਦੇ ਮੋਢਿਆਂ ਤੇ ਰੱਖ ਕੇ ਚਲਾਈ ਜਾਵੇ ਤੇ ਸਿੱਖਾਂ ਦੀ ਤਾਕਤ ਨੂੰ ਖੰਡਾਇਆ ਜਾਵੇ। ਪੰਜ ਸਿੰਘ ਗੁਰੂ ਕੇ ਬਾਗ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਕਰੀਬਨ 10-12 ਮੀਲ ਦੀ ਵਿੱਥ ਦੇ ਉੱਤੇ ਮਹਾਰਾਜ ਜੀ ਦਾ ਸਥਾਨ ਹੈ। ਪੰਜਵੇਂ ਪਾਤਸ਼ਾਹ ਤੇ 9ਵੇਂ ਪਾਤਸ਼ਾਹ ਦਾ ਸਥਾਨ ਹੈ। 9ਵੇਂ ਪਾਤਸ਼ਾਹ ਨੇ ਇੱਥੇ ਬਾਗ ਲਵਾਇਆ ਸੀ, ਇਸ ਕਰਕੇ ਗੁਰੂ ਕੇ ਬਾਗ ਕਰਕੇ ਅਸਥਾਨ ਪ੍ਰਸਿੱਧ ਹੋਇਆ। ਪੰਜ ਸਿੰਘ ਉੱਥੇ ਲੱਕੜਾਂ ਕੱਟਣ ਗਏ ਹੋਏ ਸੀ ਤੇ ਲੱਕੜਾਂ ਕੱਟਦਿਆਂ ਜਦੋਂ ਸੁੰਦਰਦਾਸ ਨੇ ਵੇਖਿਆ, ਉਹਨੇ ਅੰਗਰੇਜ਼ਾਂ ਦੇ ਸਿਪਾਹੀਆਂ ਨੂੰ ਸੱਦ ਲਿਆ। ਪੰਜੇ ਸਿੰਘ ਗ੍ਰਿਫਤਾਰ ਕਰਾ ਦਿੱਤੇ। ਇੱਥੋਂ ਇਹ ਮੋਰਚੇ ਦੀ ਆਰੰਭਤਾ ਹੁੰਦੀ ਹੈ। ਅਕਾਲ ਤਖਤ ਸਾਹਿਬ ਤੇ ਸਿੰਘਾਂ ਨੂੰ, ਪੰਥ ਨੂੰ ਪਤਾ ਲੱਗਾ ਕਿ ਸੁੰਦਰਦਾਸ ਨੇ ਵਧੀਕੀ ਕੀਤੀ ਹੈ। ਲੱਕੜਾਂ ਕੱਟਣ ਗਏ ਪੰਜ ਸਿੱਖਾਂ ਨੂੰ ਹੀ ਪਕੜ ਕੇ ਗ੍ਰਿਫਤਾਰ ਕਰਾ ਦਿੱਤਾ। ਤਾਂ ਉੱਥੋਂ ਮੋਰਚੇ ਦੀ ਆਰੰਭਤਾ ਹੋਈ। ਅਕਾਲ ਤਖਤ ਸਾਹਿਬ ਤੇ ਅਰਦਾਸਾਂ ਕਰਕੇ ਸਿੰਘਾਂ ਦੇ ਜਥੇ ਗੁਰੂ ਕੇ ਬਾਗ ਨੂੰ ਭੇਜੇ ਜਾਣ ਲੱਗ ਪਏ। ਪਹਿਲਾਂ ਵਿੱਚ ਸਮਝੌਤਾ ਵੀ ਹੋਇਆ, ਸੁੰਦਰਦਾਸ ਨੇ ਅੰਮ੍ਰਿਤ ਵੀ ਛਕ ਲਿਆ, ਪਰ ਮੁੜ ਕੇ ਫੇਰ ਕੁਰੀਤੀਆਂ ਤੇ ਆ ਗਿਆ। ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਗੁਰੂ ਕੇ ਬਾਗ ਦੇ ਮੋਰਚੇ ਵਾਸਤੇ ਸਿੰਘ ਸ਼ਾਂਤਮਈ ਢੰਗ ਨਾਲ ਜਾਂਦੇ ਨੇ। ਅੰਗਰੇਜ਼ਾਂ ਨੇ ਸ਼ਾਂਤਮਈ ਢੰਗ ਨਾਲ ਜਾ ਰਹੇ ਸਿੰਘਾਂ ਉੱਤੇ ਡਾਂਗਾਂ ਚਲਾਉਣੀਆਂ, ਡਾਂਗਾਂ ਦੇ ਨਾਲ ਕੁੱਟ-ਕੁੱਟ ਕੇ ਸਿੰਘਾਂ ਦੇ ਮੱਥਿਆਂ ਚੋਂ ਲਹੂ ਕੱਢਣਾ। ਪਰ ਸਿੰਘ ਸ਼ਾਂਤਮਈ ਢੰਗ ਨਾਲ ਉਸੇ ਤਰ੍ਹਾਂ ਗੁਰੂ ਕੇ ਬਾਗ ਵਾਲੇ ਪਾਸੇ ਵਧਦੇ, ਪਰ ਰਸਤੇ 'ਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਬਹੁਤ ਸਾਰੇ ਸਿੰਘ ਜ਼ਖਮੀ ਹੋਏ, ਗ੍ਰਿਫਤਾਰੀਆਂ ਹੋਈਆਂ। ਇਹ ਸਿਲਸਿਲਾ ਤਕਰੀਬਨ 1 ਸਾਲ ਤੱਕ ਲਗਾਤਾਰ ਚੱਲਦਾ ਰਿਹਾ। ਅਖੀਰ ਅੰਗਰੇਜ਼ਾਂ ਨੂੰ ਹਥਿਆਰ ਸੁੱਟ ਕੇ ਗੁਰੂ ਕੇ ਬਾਗ ਦੇ ਪਾਵਨ ਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣਾ ਪਿਆ ਔਰ ਇਸ ਮੋਰਚੇ ਵਿੱਚ ਸਿੰਘਾਂ ਨੇ, ਪੰਥ ਨੇ ਫਤਿਹ ਪ੍ਰਾਪਤ ਕੀਤੀ। ਗੁਰੂ ਕੇ ਬਾਗ ਦੇ ਇਸ ਮੋਰਚੇ ਦੇ ਦੌਰਾਨ ਜਿਨ੍ਹਾਂ ਗੁਰਮੁਖਾਂ ਨੇ ਘਾਲਣਾਵਾਂ ਘਾਲੀਆਂ, ਤਸ਼ੱਦਦ ਚੱਲੇ। ਇੱਕ ਅੰਗਰੇਜ਼ ਪਾਦਰੀ ਨੇ ਜਦੋਂ ਵੇਖਿਆ ਕਿ ਰੋਜ਼ ਸਿੰਘਾਂ ਨੂੰ ਜਦੋਂ ਜਾਂਦੇ ਆ ਡਾਂਗਾਂ ਨਾਲ ਕੁੱਟ ਕੇ ਅੰਗਰੇਜ਼ ਲਹੂ ਲੁਹਾਨ ਕਰਦੇ ਆ, ਉਹਨੇ ਆਖਿਆ, ਕਹਿਣ ਲੱਗਾ, ਮੈਂ ਇੱਕ ਮਸੀਹ ਵੇਖਿਆ ਸੀ ਸਲੀਬ ਦੇ ਉੱਤੇ, ਇੱਕ ਮਸੀਹ, ਪਰ ਇੱਥੇ ਤੇ ਹਜ਼ਾਰਾਂ ਮਸੀਹ ਨੇ ਜਿਹੜੇ ਰੋਜ਼ ਅਨੇਕਾਂ ਪ੍ਰਕਾਰ ਦੇ ਤਸ਼ੱਦਦ ਚੱਲਦੇ ਨੇ। ਉਹਨੇ ਗਵਰਨਰ ਨਾਲ ਗੱਲ ਕੀਤੀ, ਆਖਿਆ ਇਦਾਂ ਡਾਂਗਾਂ ਨਾਲ ਤਾਂ ਨਾ ਕੁੱਟੋ, ਜੇ ਉਹ ਮੋਰਚੇ ਦੇ ਉੱਤੇ ਜਾ ਰਹੇ ਨੇ, ਸ਼ਾਂਤਮਈ ਢੰਗ ਨਾਲ ਜਾ ਰਹੇ ਨੇ, ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਹੋ, ਪਰ ਇਦਾਂ ਮਾਰ ਨਹੀਂ ਸਕਦੇ।
ਚਲੋ ਉਹਦੀ ਗੱਲ ਮੰਨ ਕੇ ਗਵਰਨਰ ਨੇ ਹੁਕਮ ਕੀਤਾ ਕਿ ਹੁਣ ਤੋਂ ਬਾਅਦ ਕੁੱਟਿਆ ਨਾ ਜਾਏ, ਕੇਵਲ ਗ੍ਰਿਫਤਾਰ ਕਰ ਲਏ ਜਾਣ। ਅੱਜ ਉਹਨਾਂ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਕੁਰਬਾਨੀ ਕਰਨ ਵਾਲੇ ਸਮੂਹ ਗੁਰਮੁਖਾਂ ਦੀ ਜਿਹੜੀ ਮਹਾਨ ਘਾਲਣਾ ਹੈ, ਉਹਨਾਂ ਨੂੰ ਯਾਦ ਕਰਦਿਆਂ ਨਮਸਕਾਰ ਹੈ। ਗੁਰੂ ਕੇ ਸਿੱਖ ਵਾਸਤੇ ਸਤਿਗੁਰਾਂ ਦੇ ਅਸਥਾਨ ਵੀ ਤੀਰਥ ਨੇ। ਮਹਾਰਾਜ ਜੀ ਕਹਿੰਦੇ ਹੋਰ ਕਿਹੜੇ ਤੀਰਥ ਤੇ ਨਹਾਵਣ ਜਾਈਏ, ਸਾਡੇ ਕੋਲ ਤਾਂ ਪਹਿਲਾਂ ਹੀ ਪਰਮੇਸ਼ਰ ਦੇ ਨਾਮ ਦਾ ਤੀਰਥ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਫਿਰ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਕਰਨੀ, ਇਹ ਵੀ ਤੀਰਥ ਹੈ। ਆਪ ਜੀ ਇਸ ਵਕਤ ਗੁਰੂ ਕੀ ਹਜ਼ੂਰੀ 'ਚ ਬੈਠੇ ਗੁਰੂ ਨਾਨਕ ਸਾਹਿਬ ਦਾ ਇਹ ਪਾਵਨ ਅੰਮ੍ਰਿਤ ਬਚਨ ਵਿਚਾਰ ਰਹੇ ਹੋ, ਇਹ ਕਿਸੇ ਤੀਰਥ ਇਸ਼ਨਾਨ ਤੋਂ ਘੱਟ ਨਹੀਂ ਹੈ। ਕਹਿੰਦੇ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਕਰਨੀ ਇਹ ਤੀਰਥ ਹੈ, ਕਿਉਂਕਿ ਇਸ ਤੀਰਥ ਦੇ ਨਾਲ ਅੰਦਰ ਆਤਮ ਸਵਰੂਪ ਦਾ ਗਿਆਨ ਪ੍ਰਗਟ ਹੁੰਦਾ ਹੈ, ਅੰਦਰ ਗਿਆਨ ਹਾਸਲ ਹੁੰਦਾ, ਇਹ ਵੀ ਤੀਰਥ ਹੈ। ਸ਼ਬਦ ਦੀ ਵਿਚਾਰ ਵੀ ਤੀਰਥ ਹੈ। ਜਿਸ ਸ਼ਬਦ ਦੀ ਵਿਚਾਰ ਰੂਪੀ ਤੀਰਥ ਵਿੱਚ ਇਸ਼ਨਾਨ ਕਰਕੇ ਅੰਦਰ ਆਤਮਿਕ ਗਿਆਨ ਦੀ ਸੋਝੀ ਹੁੰਦੀ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਰਾ। ਗੁਰੂ ਪਾਤਸ਼ਾਹ ਦਾ ਜਿਹੜਾ ਦਿੱਤਾ ਹੋਇਆ ਗਿਆਨ ਹੈ, ਇਹ ਸੱਚਾ ਥਾਨ ਹੈ, ਇਹ ਸੱਚਾ ਤੀਰਥ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਇਹ ਸੱਚਾ ਥਾਨ ਹੈ, ਇਹ ਤੀਰਥ ਹੈ। ਦਸ ਪੁਰਬ ਸਦਾ ਦਸਹਰਾ, ਇਹ 10 ਪੁਰਬਾਂ ਦਾ ਇਸ਼ਨਾਨ ਹੋ ਗਿਆ। ਜਿਵੇਂ 10 ਪੁਰਬੀ ਦਾ ਇਸ਼ਨਾਨ ਹੁੰਦਾ ਨਾ ਇਲਾਹਾਬਾਦ ਆਦਿਕ ਤੀਰਥਾਂ ਤੇ, ਕਹਿੰਦੇ 10 ਪੁਰਬਾਂ ਦਾ ਦਸਹਰਾ ਨੇਤੀ ਗੁਰੂ ਕੀ ਸੰਗਤ ਵਿੱਚ ਗੁਰੂ ਦੇ ਗਿਆਨ ਰੂਪੀ ਤੀਰਥ ਵਿੱਚ ਹੋ ਰਿਹਾ ਹੈ। ਹਉ ਨਾਮ ਹਰਿ ਕਾ ਸਦਾ ਜਾਚੋ, ਦੇਹੋ ਪ੍ਰਭ ਧਰਣੀ ਤਰਾ। ਇਹ ਧਰਤੀ ਨੂੰ ਧਾਰਨ ਕਰਨ ਵਾਲੇ ਵਾਹਿਗੁਰੂ, ਮੈਂ ਤੁਹਾਡੇ ਚਰਨਾਂ 'ਚੋਂ ਮੰਗਦਾ ਹਾਂ, ਕਿਰਪਾ ਕਰੋ ਮਹਾਰਾਜ, ਮੈਂ ਹਰੀ ਦੇ ਅੰਮ੍ਰਿਤ ਨਾਮ ਦੀ ਦਾਤ, ਇਹ ਦਾਨ ਤੁਹਾਡੇ ਕੋਲੋਂ ਨਿਤ ਮੰਗਦਾ, ਕਿਰਪਾ ਕਰਕੇ ਦਾਨ ਬਖਸ਼ੋ, ਆਪਣੇ ਨਾਮ ਦਾ ਦਾਨ ਬਖਸ਼ੋ। ਇਹ ਦਾਨ ਮੈਂ ਮਹਾਰਾਜ ਜੀ ਤੁਹਾਡੇ ਚਰਨਾਂ 'ਚੋਂ ਨਿਤ ਮੰਗਦਾ ਹਾਂ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਸੰਸਾਰ ਰੋਗੀ ਹੈ, ਜੋ ਜੋ ਦਿਸੈ ਸੋ ਸੋ ਰੋਗੀ। ਸਭ ਨੂੰ ਕੋਈ ਨਾ ਕੋਈ ਰੋਗ ਹੈ। ਕਿਸੇ ਨੂੰ ਹੰਕਾਰ ਦਾ ਰੋਗ ਹੈ, ਕਿਸੇ ਨੂੰ ਈਰਖਾ ਦਾ ਰੋਗ ਹੈ, ਕਿਸੇ ਨੂੰ ਦਵੈਸ਼ ਦਾ ਰੋਗ ਹੈ, ਕਿਸੇ ਨੂੰ ਚੁਗਲੀ ਦਾ ਰੋਗ ਹੈ, ਕਿਸੇ ਨੂੰ ਕਾਮ ਦਾ ਰੋਗ ਹੈ, ਕਿਸੇ ਨੂੰ ਕ੍ਰੋਧ ਦਾ ਰੋਗ ਹੈ। ਸੰਸਾਰ ਰੋਗੀ ਹੈ। ਇਹਨਾਂ ਸਾਰੇ ਰੋਗਾਂ ਦੀ ਦਵਾਈ ਕੇਵਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਸਰਬ ਰੋਗ ਕਾ ਔਖਦ ਨਾਮ, ਦੁਨੀਆ ਦੇ ਸਰਬ ਰੋਗਾਂ ਦੀ ਦਵਾਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਜਮ ਦੀ ਫਾਈ ਨੂੰ ਕੱਟਣ ਵਾਲਾ ਇਹ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਅੰਮ੍ਰਿਤ ਨਾਮ ਔਸ਼ਧੀ ਹੈ, ਦਵਾਈ ਹੈ। ਨਾਮ ਦਾਰੂ, ਪਰਮੇਸ਼ਰ ਦਾ ਨਾਮ ਦਾਰੂ ਹੈ, ਦਵਾਈ। ਮੈਲ ਲਾਗੈ ਸੱਚ ਬਿਨਾ, ਪਰਮੇਸ਼ਰ ਦੇ ਇਸ ਸੱਚੇ ਨਾਮ ਤੋਂ ਬਿਨਾ ਜੀਵ ਦੇ ਅੰਤਸ਼ਕਰਨ ਨੂੰ ਮੈਲ ਲੱਗਦੀ। ਇਹਦਾ ਅੰਤःਕਰਨ ਹੋਰ ਮਲੀਨ ਹੁੰਦਾ, ਹੋਰ ਮੈਲਾ ਹੁੰਦਾ। ਜੇ ਨਿਰੰਕਾਰ ਪਰਮੇਸ਼ਰ ਦੇ ਨਾਮ ਦੀ ਸਾਧਨਾ ਨਾ ਕਰੇ ਤਾਂ ਇਹਦਾ ਹਿਰਦਾ ਹੋਰ ਮਲੀਨ ਹੁੰਦਾ ਹੈ। ਗੁਰ ਬਾਕ ਨਿਰਮਲ ਸਦਾ ਚਾਨਣਾ, ਨਿਤ ਸਾਚ ਤੀਰਥ ਮੱਜਨਾ। ਗੁਰੂ ਕੇ ਵਾਕ ਨਿਰਮਲ ਹਨ, ਅਤੀ ਨਿਰਮਲ।
ਗੁਰਵਾਕ ਨਿਰਮਲ। ਗੁਰੂ ਦੇ ਵਾਕ ਨਿਰਮਲ ਨੇ, ਸਦਾ ਹੀ ਚਾਨਣਾ ਕਰਦੇ ਨੇ। ਗੁਰੂ ਕੇ ਵਾਕਾਂ ਵਿੱਚ ਸਦਾ ਹੀ ਚਾਨਣਾ ਹੈ। ਗੁਰਵਾਕ ਨਿਰਮਲ ਸਦਾ ਚਾਨਣ। ਗੁਰੂ ਦੇ ਵਾਕ ਨਿਰਮਲ ਨੇ ਔਰ ਸਦਾ ਚਾਨਣਾ ਕਰਨ ਵਾਲੇ। ਨਿਤ ਸਾਚ ਤੀਰਥ ਮੱਜਣਾ, ਇਹ ਸੱਚਾ ਤੀਰਥ ਹੈ ਭਾਈ। ਗੁਰੂ ਦੇ ਵਾਕ ਸੁਣਨੇ, ਗੁਰੂ ਕੇ ਬਚਨ ਸੁਣਨੇ ਸੱਚਾ ਤੀਰਥ ਹੈ। ਇਹਦੇ 'ਚ ਇਸ਼ਨਾਨ ਕਰੋ, ਨਿਤ ਗੁਰੂ ਕੀ ਬਾਣੀ ਸੁਣੋ। ਜਿੱਥੇ ਗੁਰਬਾਣੀ ਨੂੰ ਪੜ੍ਹਨਾ ਮਹਾਨ ਪੁੰਨ ਹੈ, ਉੱਥੇ ਗੁਰਬਾਣੀ ਨੂੰ ਸੁਣਨਾ ਕਿਸੇ ਤੀਰਥ ਇਸ਼ਨਾਨ ਤੋਂ ਘੱਟ ਨਹੀਂ। ਬਾਹਰੀ ਤੀਰਥਾਂ 'ਚ ਨਹਾ ਕੇ ਕੇਵਲ ਤਨ ਪਵਿੱਤਰ ਹੁੰਦਾ ਹੈ, ਗੁਰੂ ਕੇ ਅੰਮ੍ਰਿਤ ਵਾਕਾਂ ਨੂੰ ਸੁਣ ਕੇ ਹਿਰਦਾ ਪਵਿੱਤਰ ਹੁੰਦਾ, ਅੰਤਸ਼ਕਰਨ ਸ਼ੁੱਧ ਹੁੰਦਾ। ਇਸ ਕਰਕੇ ਕਹਿੰਦੇ ਇਹ ਸੱਚਾ ਤੀਰਥ ਹੈ ਭਾਈ, ਇਹਦੇ 'ਚ ਨਿਤ ਇਸ਼ਨਾਨ ਕਰੋ। ਸਾਚ ਨ ਲਾਗੈ ਮੈਲ, ਕਿਆ ਮਾਲ ਧੋਈਐ। ਜਿਹੜਾ ਸੱਚ ਹੈ ਨਾ, ਉਹ ਕਦੇ ਮੈਲਾ ਨਹੀਂ ਹੁੰਦਾ। ਸੱਚ ਕਦੇ ਮਲੀਨ ਨਹੀਂ ਹੁੰਦਾ। ਸੱਚ ਅੱਜ ਤੋਂ ਜੁਗਾਂ ਪਹਿਲਾਂ ਜਿੰਨਾ ਨਿਰਮਲ ਸੀ, ਸੱਚ ਅੱਜ ਵੀ ਉਨਾ ਹੀ ਨਿਰਮਲ ਹੈ, ਤੇ ਅੱਜ ਤੋਂ ਜੁਗਾਂ ਤੋਂ ਬਾਅਦ ਵੀ ਉਤਨਾ ਨਿਰਮਲ ਰਹੇਗਾ। ਸੱਚ ਕਦੇ ਮਲੀਨ ਨਹੀਂ ਹੁੰਦਾ, ਸਦਾ ਹੀ ਨਿਰਮਲ ਹੈ। ਇਹ ਸੱਚ ਹੈ ਕਿ ਸੂਰਜ ਰੌਸ਼ਨੀ ਕਰਦਾ, ਪ੍ਰਕਾਸ਼ ਕਰਦਾ, ਸੱਚ ਹੈ ਨਾ। ਇਹ ਸੱਚ ਕਰੋੜਾਂ ਸਾਲ ਪਹਿਲਾਂ ਵੀ ਸੱਚ ਸੀ, ਅੱਜ ਵੀ ਸੱਚ ਹੈ ਵੀ ਇਹ ਰੌਸ਼ਨੀ ਕਰਦਾ, ਪ੍ਰਕਾਸ਼ ਕਰਦਾ। ਤੇ ਜਿੰਨਾ ਚਿਰ ਇਹ ਰਹੇਗਾ, ਬਾਅਦ ਵਿੱਚ ਵੀ ਕਿਹਾ ਜਾਏਗਾ ਵੀ ਇਹਦੀ ਰੌਸ਼ਨੀ ਹੈ, ਇਹਦਾ ਪ੍ਰਕਾਸ਼ ਹੈ, ਇਹ ਪ੍ਰਕਾਸ਼ ਕਰਦਾ, ਇਹ ਸੱਚ ਹੈ। ਇਹਨੂੰ ਝੁਠਲਾ ਤਾਂ ਨਹੀਂ ਸਕਦੇ ਕਿ ਚਾਨਣਾ ਕਰ ਰਿਹਾ, ਪ੍ਰਕਾਸ਼ ਕਰ ਰਿਹਾ, ਸੱਚ ਹੈ ਨਾ। ਗੁਰੂ ਬਾਬਾ ਜੀ ਨੇ ਜਿਹੜੇ ਆਪਣੇ ਮੁਖੋਂ ਅੰਮ੍ਰਿਤ ਬੋਲ ਕਹੇ ਨੇ, ਉਹ 500 ਸਾਲ, 550 ਸਾਲ ਪਹਿਲਾਂ ਜਿਤਨੇ ਸੱਚ ਨੇ, ਨਿਰਮਲ ਨੇ, ਅੱਜ ਵੀ ਉਤਨੇ ਹੀ ਸੱਚ ਤੇ ਸਾਰਥਕ ਨੇ। ਆਉਣ ਵਾਲੇ ਜੁਗਾਂ ਤੱਕ ਵੀ ਉਤਨੇ ਹੀ ਸੱਚ ਤੇ ਸਾਰਥਕ ਰਹਿਣਗੇ। ਜੇ ਉਸ ਵਕਤ ਏਮਨਾਬਾਦ ਦੀ ਧਰਤੀ ਤੇ ਕਤਲੋਗਾਰਤ ਵੇਖ ਕੇ ਗੁਰੂ ਬਾਬੇ ਨੇ ਕਿਹਾ ਸੀ ਕਿ ਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ, ਜੇ ਉਸ ਵੇਲੇ ਕਿਹਾ ਸੀ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ, ਤਾਂ ਐਸਾ ਨਹੀਂ ਸੀ ਕਿ ਉਹ ਬੋਲ ਉਦੋਂ ਕਹੇ ਸੀ, ਉਦੋਂ ਸੱਚ ਸੀ, ਉਹ ਅੱਜ ਵੀ ਉਤਨੇ ਹੀ ਸੱਚ ਨੇ। ਅੱਜ ਵੀ ਰਾਜੇ ਸ਼ੀਂ ਹੁੰਦੇ ਨੇ, ਅੱਜ ਵੀ ਉਹਨਾਂ ਦੇ ਮੁਕੱਦਮ ਕੁੱਤੇ ਹੁੰਦੇ ਨੇ। ਬਦਲਿਆ ਤਾਂ ਨਹੀਂ, ਨਾਂ ਬਦਲਦਾ ਹੈ, ਸਰੀਰ ਬਦਲਦੇ ਨੇ, ਰੂਹਾਂ ਉਹੀ ਚਲਦੀਆਂ ਹੁੰਦੀਆਂ ਨੇ, ਰੂਹਾਂ ਉਹੀ ਚਲਦੀਆਂ ਆ ਰਹੀਆਂ ਨੇ। ਤੇ ਗੁਰੂ ਬਾਬੇ ਦੇ ਕਹੇ ਹੋਏ ਵਾਕ ਅੱਜ ਵੀ ਉਤਨੇ ਸੱਚ ਤੇ ਨਿਰਮਲ ਨੇ। ਅੱਜ ਵੀ ਉਸੇ ਪੁਰਜੋਰ ਸ਼ਬਦਾਂ ਵਿੱਚ ਜ਼ਬਰ ਦਾ ਖਿਲਾਫ ਡਟ ਕੇ ਆਵਾਜ਼ ਬੁਲੰਦ ਕਰਦੇ ਨੇ ਗੁਰੂ ਬਾਬੇ ਦੇ ਕਹੇ ਅੰਮ੍ਰਿਤ ਵਾਕ। ਸੱਚ ਕਦੇ ਮੈਲਾ ਨਹੀਂ ਹੁੰਦਾ, ਸਾਚ ਨਾ ਲਾਗੈ ਮੈਲ, ਸੱਚ ਕਦੇ ਮੈਲਾ ਨਹੀਂ ਹੁੰਦਾ। ਜੇ ਉਦੋਂ ਜਰਵਾਣੇ ਸਨ ਰਾਜੇ, ਗੁਰੂ ਬਾਬੇ ਨੇ ਉਹਨਾਂ ਨੂੰ ਜਰਵਾਣਾ ਕਿਹਾ, ਬਾਬਰ ਤੂੰ ਬਾਬਰ ਨਹੀਂ ਜਾਬਰ ਹੈ। ਤੇ ਅੱਜ ਦੇ ਵੀ ਬਾਬਰ ਜਾਬਰ ਬਣੇ ਹੋਏ ਨੇ। ਉਹਨਾਂ ਨੂੰ ਨਹੀਂ ਦਿਸਦੇ, ਉਹਨਾਂ ਨੂੰ ਨਹੀਂ ਨਜ਼ਰ ਆਉਂਦੇ ਕਿ ਮਹੀਨਿਆਂ ਬੱਧੀ ਸਮਾਂ ਬੀਤ ਗਿਆ ਸੜਕਾਂ ਤੇ ਬੈਠਿਆਂ ਨੂੰ। ਕਿਹੋ ਜਿਹੇ ਮੌਸਮ ਵਿੱਚ, ਕਿਹੋ ਜਿੱਥੇ 5-10 ਮਿੰਟ ਬੰਦਾ ਬਾਹਰ ਖਲੋ ਜਾਵੇ ਕਮਰੇ ਚੋਂ ਤੇ ਮੱਛਰ ਵੱਢ ਕੇ ਖਾ ਜਾਂਦਾ ਹੈ, ਉਹ ਮਹੀਨਿਆਂ ਬੱਧੀ ਹੋ ਗਏ ਨੇ। ਕਦੇ ਠੰਡਾ ਸਰੀਰ ਤੇ ਸਹਾਰਦੇ ਨੇ, ਗਰਮੀਆਂ ਤਨ ਤੇ ਸਹਾਰਦੇ ਨੇ, ਪਰ ਬਾਬਰ ਜਾਬਰ ਹੀ ਬਣਿਆ ਹੋਇਆ।
ਕਿਤੇ ਤਰਸ ਨਹੀਂ ਕਿ ਇਹ ਵੀ ਉਸੇ ਪਰਜਾ ਦੇ ਵਿੱਚ ਨੇ ਜਿਸ ਪਰਜਾ ਨੇ ਸਾਨੂੰ ਚੁਣਿਆ। ਤੋ ਗੁਰੂ ਬਾਬੇ ਦੇ ਬੋਲ ਅੱਜ ਵੀ ਉਹਨਾਂ ਬਾਬਰਾਂ ਦਾ ਉਸੇ ਤਰ੍ਹਾਂ ਹੀ ਜਵਾਬ ਦਿੰਦੇ ਆ ਵੀ ਤੁਸੀਂ ਜਾਬਰ ਹੋ। ਉਹ ਬਾਬਰ ਨੇ ਜਦੋਂ ਗੁਰੂ ਬਾਬੇ ਦੇ ਬੋਲ ਸੁਣੇ ਸਨ ਕਿ ਤੂੰ ਬਾਬਰ ਨਹੀਂ ਜਾਬਰ ਹੈ, ਤੇ ਸਤਿਗੁਰਾਂ ਦੇ ਚਰਨੀ ਢਹਿ ਕੇ ਉਹਨੇ ਆਖਿਆ ਸੀ, ਮਹਾਰਾਜ ਬਖਸ਼ ਲਓ, ਮੇਰੇ ਪ੍ਰਤੀ ਹੁਕਮ ਕਰੋ, ਮੈਂ ਕੀ ਕਰਾਂ। ਤੇ ਸਾਹਿਬ ਨੇ ਆਖਿਆ ਸੀ, ਬਾਬਰ ਜਿੰਨੇ ਬੰਦੇ ਕੈਦਖਾਨੇ 'ਚ ਤੂੰ ਕੈਦੀ ਬਣਾ ਕੇ ਸੁੱਟੇ ਹੋਏ ਨੇ, ਇਹਨਾਂ ਸਾਰਿਆਂ ਨੂੰ ਰਿਹਾ ਕਰ। ਤੇ ਬਾਬਰ ਨੇ 7 ਬਚਨ ਕਹਿ ਕੇ ਗੁਰੂ ਬਾਬੇ ਦੇ ਬੋਲ ਪ੍ਰਵਾਨ ਕੀਤੇ, ਤੇ ਮੇਰੇ ਸਾਹਿਬ ਨੇ ਬਾਬਰ ਨੂੰ 7 ਪੁਸ਼ਤਾਂ ਦਾ ਰਾਜ ਪ੍ਰਦਾਨ ਕਰ ਦਿੱਤਾ। ਬਾਬਰ 7 ਪੁਸ਼ਤਾਂ ਤਾਈਂ ਤੇਰੇ ਘਰ 'ਚ ਰਾਜ ਹੋਵੇਗਾ, ਪਰ ਜਦੋਂ ਫਿਰ ਜ਼ੁਲਮ ਸ਼ੁਰੂ ਕਰੋਗੇ ਤਾਂ ਫਿਰ ਉਹ ਰਾਜ ਵਾਪਸ ਵੀ ਲੈ ਲਵਾਂਗੇ, ਉਹ ਰਾਜ ਖੋ ਵੀ ਲਵਾਂਗੇ। ਤੋ ਮੇਰੇ ਸਾਹਿਬ ਦੇ ਕਹੇ ਵਾਕ ਉਸ ਵਕਤ ਜਿੰਨੇ ਸਾਰਥਕ ਨੇ ਅੱਜ ਵੀ ਨੇ। ਸੱਚ ਨੂੰ ਕਦੇ ਆਂਚ ਨਹੀਂ, ਜਿਵੇਂ ਕਹਿੰਦੇ ਨਾ ਸਾਚ ਕੋ ਆਂਚ ਕੈਸੀ, ਸੱਚ ਨੂੰ ਆਂਚ ਨਹੀਂ ਹੈ। ਸੱਚ ਕਦੇ ਮੈਲਾ ਨਹੀਂ ਹੁੰਦਾ। ਕਿਆ ਮਲ ਧੋਈ ਹੈ, ਕਿਆ ਮਲ ਕੇ ਧੋਈਏ ਇਸ ਨੂੰ, ਜਦੋਂ ਉਹ ਮੈਲਾ ਹੈ ਹੀ ਨਹੀਂ ਉਹਨੂੰ ਮਲ ਕੇ ਕੀ ਧੋਈਏ। ਹਾਂਜੀ, ਗੁਣ ਹੈ ਹਾਰ ਪਰੋਏ ਇਸ ਕੋ ਰੋਈਐ। ਗੁਣਾਂ ਦਾ ਹਾਰ ਪਰੋ ਕੇ ਆਪਣੇ ਗਲ ਵਿੱਚ ਪਾਓ ਭਾਈ। ਜਿਨ੍ਹਾਂ ਨੇ ਗੁਣਾਂ ਦਾ ਹਾਰ ਪਰੋ ਕੇ ਆਪਣੇ ਕੰਠ 'ਚ ਪਾ ਲਿਆ, ਉਹ ਫਿਰ ਕਿਸੇ ਗੁਣ ਵਾਸਤੇ ਰੋਂਦੇ ਨਹੀਂ ਫਿਰਦੇ, ਤਰਲੋ ਮੱਛੀ ਨਹੀਂ ਹੁੰਦੇ ਫਿਰਦੇ। ਵਾਹਿਗੁਰੂ ਨੇ ਵਿਧਾਤੇ ਨੇ ਉਹਨਾਂ ਨੂੰ ਸਾਰੇ ਗੁਣ ਬਖਸ਼ ਕੇ ਕਰਤਾਰਥ ਕਰ ਦਿੱਤਾ ਹੈ। ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨ ਆਵੈ। ਵਿਚਾਰ ਮਾਰੈ ਤਰੈ ਤਾਰੈ, ਜਿਹੜਾ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਨਾਲ ਆਪਣੇ ਹਿਰਦੇ ਦੀਆਂ ਮਾੜੀਆਂ ਭੈੜੀਆਂ ਵਿਚਾਰਾਂ ਨੂੰ ਮਾਰ ਲੈਂਦਾ, ਉਹ ਮੁੜ ਕੇ ਉਲਟ ਕੇ ਜੋਨੀਆਂ ਵਿੱਚ ਨਹੀਂ ਆਉਂਦਾ। ਜਿਹੜਾ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਨਾਲ ਆਪਣੇ ਹਿਰਦੇ ਦੀਆਂ ਮਾੜੀਆਂ ਭੈੜੀਆਂ ਵਿਚਾਰਾਂ ਨੂੰ ਮਾਰ ਲੈਂਦਾ, ਉਹ ਜਿੱਥੇ ਆਪ ਤਰਦਾ ਉੱਥੇ ਆਪਣੇ ਨਾਲ ਦੇ ਸੰਗੀਆਂ ਨੂੰ ਵੀ ਤਾਰ ਲੈਂਦਾ, ਔਰ ਉਲਟ ਕੇ ਮੁੜ ਕੇ ਜੋਨੀਆਂ ਵਿੱਚ ਨਹੀਂ ਆਉਂਦਾ। ਬਹੁਰ ਨਾ ਭਵ ਜਲ ਫੇਰਾ, ਬਹੁਰ ਨਾ ਭਵ ਜਲ ਫੇਰਾ। ਬਹੁਰ ਨ ਪਵ ਜਲ ਫੇਰਾ, ਬਹੁਰ ਨ ਪਵ ਜਲ ਫੇਰਾ। ਬਹੁਰ ਨਾ ਭਵ ਜਲ ਫੇਰਾ, ਬਹੁਰ ਨਾ ਭਵ ਜਲ ਫੇਰਾ। ਬਹੁਰ ਨ ਪਵ ਜਲ ਫੇਰਾ, ਬਹੁਰ ਨ ਪਵ ਜਲ ਫੇਰਾ। ਉਹ ਮੁੜ ਕੇ ਜੂਨੀਆਂ ਵਿੱਚ ਨਹੀਂ ਆਉਂਦੇ। ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਪਾਵੈ। ਉਹ ਆਪ ਪਾਰਸ ਹਨ, ਜਿਵੇਂ ਪਾਰਸ ਹੁੰਦਾ ਨਾ, ਏਦਾਂ ਪਾਰਸ ਵਾਂਗੂ ਨੇ। ਪਰਮ ਧਿਆਨੀ, ਸ੍ਰੇਸ਼ਟ ਧਿਆਨੀ ਨੇ। ਧਿਆਨੀ ਵੀ ਸ੍ਰੇਸ਼ਟ ਹੁੰਦੇ ਆ ਭਲਾ, ਹਾਂ, ਉਹ ਧਿਆਨੀ ਸ੍ਰੇਸ਼ਟ ਨੇ ਜਿਹੜੇ ਪਰਮੇਸ਼ਰ ਦਾ ਧਿਆਨ ਧਾਰਦੇ ਨੇ। ਕਿਉਂਕਿ ਬਹੁਤਿਆਂ ਦੇ ਧਿਆਨ ਵਿੱਚ ਤਾਂ ਬਹੁਤ ਸਾਰੀਆਂ ਹੋਰ ਸ਼ਕਤੀਆਂ ਚੱਲਦੀਆਂ ਨੇ। ਉਹ ਕਦੇ ਕਿਸ ਦਾ ਧਿਆਨ ਧਾਰਦੇ ਨੇ। ਪਰਮ ਧਿਆਨੀ ਉਹ ਨੇ ਜਿਹੜੇ ਸ੍ਰੇਸ਼ਟ ਪਰਮੇਸ਼ਰ ਦੇ ਸਵਰੂਪ ਦਾ ਧਿਆਨ ਧਾਰਦੇ ਨੇ, ਆਪਣੇ ਸਵਰੂਪ ਦਾ ਧਿਆਨ ਧਾਰਦੇ ਨੇ। ਉਹ ਸੱਚੇ ਨੇ ਔਰ ਸੱਚੇ ਨੂੰ ਭਾਉਂਦੇ ਹਨ। ਆਨੰਦ ਅਨੰਦਿਨ ਹਰਖ ਸਾਚਾ, ਦੁੱਖ ਕਿਲ ਵਿਖ ਪਰ ਹਾਰੀ। ਉਹਨਾਂ ਦੇ ਅੰਦਰ ਸਦਾ ਆਨੰਦ ਹੈ, ਸਦਾ ਖੇੜਾ ਹੈ। ਉਹਨਾਂ ਦੇ ਅੰਦਰੋਂ ਜਿੰਨੇ ਦੁੱਖ ਤੇ ਕਿਲ ਵਿਖ ਨੇ ਉਹ
ਹਰ ਹਰੇ ਦੂਰ ਹੋ ਗਏ ਨੇ, ਉਹਨਾਂ ਨੇ ਤਿਆਗ ਦਿੱਤੇ ਹਨ। ਸਚ ਨਾਮ ਪਾਇਆ ਗੁਰ ਦਿਖਾਇਆ, ਮੈਲ ਨਾਹੀ ਸਚ ਮਨੇ। ਉਹਨਾਂ ਨੇ ਸੱਚੇ ਨਾਮ ਦੀ ਪ੍ਰਾਪਤੀ ਕਰ ਲਈ ਹੈ, ਗੁਰੂ ਨੇ ਦਇਆ ਕੀਤੀ ਹੈ ਤਿਨਾਂ ਤੇ, ਉਹਨਾਂ ਨੂੰ ਸੱਚਾ ਨਾਮ ਦਿਖਾਇਆ, ਮੈਲ ਨਾਹੀ ਸੱਚ ਮੰਨੇ। ਜਿਨ੍ਹਾਂ ਨੇ ਸੱਚ ਨੂੰ ਮੰਨ ਲਿਆ ਨਾ ਹਿਰਦੇ 'ਚ, ਉਹਨਾਂ ਨੂੰ ਫਿਰ ਕਿਸੇ ਪ੍ਰਕਾਰ ਦੀ ਮੈਲ ਨਹੀਂ ਵਿਆਪਦੀ। ਸੰਗਤ ਮੀਤ ਮਿਲਾਪ ਪੂਰਾ ਨਾਵਣੋ। ਪੂਰਾ ਇਸ਼ਨਾਨ ਹੈ ਜਦੋਂ ਤੁਸੀਂ ਸੰਗਤ ਵਿੱਚ ਆ ਕੇ ਮਿਲਦੇ ਹੋ ਨਾ, ਇਹ ਪੂਰਨ ਇਸ਼ਨਾਨ ਹੈ। ਇੱਕ ਇਸ਼ਨਾਨ ਘਰ ਅਸੀਂ ਜਲ ਨਾਲ ਕਰਕੇ ਆਏ ਆ, ਅਧੂਰਾ ਹੈ। ਜਦੋਂ ਗੁਰੂ ਕੀ ਸੰਗਤ ਵਿੱਚ ਆ ਕੇ ਬਹਿ ਕੇ ਕਥਾ ਸੁਣਨ ਲੱਗ ਪਏ ਨਾ, ਕੀਰਤਨ ਸੁਣਨ ਲੱਗ ਪਏ, ਉਹ ਵੀ ਇਸ਼ਨਾਨ ਪੂਰਾ ਹੋ ਜਾਂਦਾ ਹੈ। ਇਸ਼ਨਾਨ ਪੂਰਾ ਹੋ ਗਿਆ, ਕਿਉਂਕਿ ਇਸ਼ਨਾਨ ਕੀਤਾ ਤਦੇ ਸਫਲ ਹੈ ਨਾ ਜੇ ਸਿਮਰਨ ਹੋਵੇ, ਨਾਲ ਬਾਣੀ ਪੜ੍ਹੀ ਹੋਵੇ। ਜੇ ਇਕੱਲੇ ਇਸ਼ਨਾਨ ਦੀ ਗੱਲ ਹੋਵੇ ਤੇ ਡੱਡੂ ਤਾਂ ਰਹਿੰਦਾ ਪਾਣੀ ਵਿੱਚ, ਫਿਰ ਉਹ ਵੀ ਮੁਕਤ ਹੋ ਜਾਏ। ਜਲ ਕੇ ਮੱਜਨ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ। ਤੇ ਇਸ਼ਨਾਨ ਤਾਂ ਰੋਜ਼ ਹੀ ਕਰਦਾ, ਮੇਂਢਕ ਤਾਂ ਰੋਜ਼ ਹੀ ਰਹਿੰਦਾ, ਪਾਣੀ 'ਚ ਹੀ ਰਹਿੰਦਾ। ਪੂਰਨ ਇਸ਼ਨਾਨ ਹੈ ਜਦੋਂ ਸਤ ਸੰਗਤ ਵਿੱਚ ਆ ਕੇ ਸਤਸੰਗੀ ਬਣ ਕੇ ਕੁਝ ਸਮੇਂ ਲਈ ਜੁੜ ਗਏ, ਬੈਠ ਗਏ। ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ। ਗਾਵੋ ਭਾਈ ਉਸ ਗਾਵਣ ਹਾਰ ਪਰਮੇਸ਼ਰ ਨੂੰ ਸੋਹਣੇ ਸ਼ਬਦਾਂ ਦੁਆਰਾ। ਜਿਹੜੇ ਸ਼ਬਦ ਸਤਿਗੁਰਾਂ ਨੇ ਉਚਾਰੇ ਨੇ, ਉਹਨਾਂ ਸੁਹਾਵਣੇ ਸ਼ਬਦਾਂ ਦੁਆਰਾ ਉਸ ਗਾਵਣ ਹਾਰੇ ਵਾਹਿਗੁਰੂ ਪਰਮੇਸ਼ਰ ਨੂੰ ਰੱਬ ਦੇ ਪਿਆਰੇ ਗਾਉਂਦੇ ਹਨ। ਸਾਲਾਹੀ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ। ਸਲਾਹੇ ਸਾਚੇ, ਉਸ ਸੱਚੇ ਨੂੰ ਸਲਾਓ, ਜਿਹੜਾ ਸੱਚ ਹੈ ਉਹਨੂੰ ਸਲਾਓ। ਮਨ ਸਤਿਗੁਰ, ਸਤਿਗੁਰਾਂ ਨੂੰ ਮੰਨ ਕੇ, ਗੁਰੂ ਦਾ ਮੰਨਨ ਕਰਕੇ, ਗੁਰੂ ਦੀ ਗੱਲ ਮੰਨ ਕੇ ਉਸ ਸੱਚੇ ਨੂੰ ਸਲਾਹੋ। ਜਦ ਉਸ ਸੱਚੇ ਨੂੰ ਸਲਾਹੋਗੇ ਤਾਂ ਸਤਿਗੁਰਾਂ ਦਾ ਮੰਨਨ ਕਰੋਗੇ ਤੇ ਤੁਹਾਨੂੰ ਪੁੰਨ ਕਰਮ ਕਰਨ ਦੀ ਆਦਤ ਬਣੇਗੀ। ਦਾਨ ਕਰਨ ਵਾਲੀ, ਦਇਆ ਕਰਨ ਵਾਲੀ ਮੱਤ ਉਹ ਪ੍ਰਾਪਤ ਹੋਵੇਗੀ। ਫਿਰ ਸੰਗ ਭਾਵੈ ਸਹਿਜ ਨਾਵੈ, ਬੇਣੀ ਤਾ ਸੰਗਮ ਸਤ ਸਤੇ। ਜਿਹੜੇ ਸਹਿਜ ਵਿੱਚ ਚਲੇ ਗਏ ਨਾ, ਤੁਰਿਆ ਪਦ ਵਿੱਚ ਆਪਣੇ ਪਿਰ ਨੂੰ ਭਾ ਕੇ ਉਸ ਸਹਿਜ ਦੇ ਵਿੱਚ ਜਦੋਂ ਟਿਕਾ ਹੋ ਗਿਆ, ਏਦਾਂ ਕਹਿ ਸਕਦੇ ਆ ਵੀ ਉਹਨਾਂ ਦੇ ਅੰਦਰ ਤਰਬੇਣੀ ਦਾ ਸੰਗਮ ਬਣ ਗਿਆ। ਕਿਉਂਕਿ ਆ ਜਿਹੜੀ ਸਤ ਸਤੇ ਸੰਗਤ ਹੈ ਨਾ, ਸਤ ਸਤੇ ਮਤਲਬ ਆ ਸੰਗਤ, ਇਹ ਤਰਬੇਣੀ ਦਾ ਇਸ਼ਨਾਨ ਹੈ ਜਿੱਥੇ ਆਪ ਜੀ ਹੁਣ ਜੁੜ ਬੈਠੇ ਹੋ। ਇੱਕ ਤਰਬੇਣੀ ਹਿੰਦੁਸਤਾਨ ਦੀ ਧਰਤੀ ਤੇ ਇਲਾਹਾਬਾਦ ਦੀ ਧਰਤੀ ਦੇ ਉੱਤੇ ਵਰਤਦੀ ਹੈ, ਜਿੱਥੇ ਗੰਗਾ, ਜਮਨਾ ਤੇ ਸਰਸਵਤੀ ਤਿੰਨਾਂ ਨਦੀਆਂ ਦਾ ਸੰਗਮ ਹੁੰਦਾ। ਇਲਾਹਾਬਾਦ, ਪ੍ਰਯਾਗਰਾਜ ਉਹਨੂੰ ਕਹਿੰਦੇ ਆ, ਉਹ ਸੰਗਮ ਹੈ। ਬੇਣੀ ਉਹਨੂੰ ਕਹਿੰਦੇ ਤਰਬੇਣੀ। ਕਲਗੀਧਰ ਪਾਤਸ਼ਾਹ ਲਿਖਦੇ ਨੇ, ਮੇਰੇ ਪਿਤਾ ਜੀ ਗਏ ਸਨ ਤਰਬੇਣੀ, ਜਬ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ। ਉੱਥੇ ਤਰਬੇਣੀ ਨੂੰ ਇੱਥੇ ਬੇਣੀ ਕਿਹਾ। ਕਹਿੰਦੇ ਆ ਜਿਹੜੀ ਸਤ ਸਤੇ ਸਤ ਸੰਗਤ ਹੈ, ਇਹ ਤਰਬੇਣੀ ਦਾ ਸੰਗਮ ਹੈ। ਉੱਥੇ ਗੰਗਾ, ਜਮਨਾ ਤੇ ਸਰਸਵਤੀ ਮਿਲਦੀਆਂ ਨੇ। ਗੁਰੂ ਕੀ ਸੰਗਤ ਵਿੱਚ ਗਿਆਨ, ਭਗਤੀ ਤੇ ਵੈਰਾਗ ਦੀਆਂ ਤਿੰਨੇ ਨਦੀਆਂ ਪ੍ਰਾਪਤ ਹੁੰਦੀਆਂ। ਤਿੰਨਾਂ ਦਾ ਸੰਗਮ ਹੈ, ਗਿਆਨ, ਭਗਤੀ ਤੇ ਵੈਰਾਗ। ਇਹ ਤਿੰਨਾਂ ਦਾ ਇੱਥੇ ਸੰਗਮ ਹੈ। ਇਸ ਸੰਗਮ ਦਾ ਇਸ਼ਨਾਨ ਕੀਤਿਆਂ ਗਿਆਨ ਵੀ ਪ੍ਰਾਪਤ ਹੁੰਦਾ ਹੈ, ਭਗਤੀ ਵੀ ਪ੍ਰਾਪਤ ਹੁੰਦੀ ਹੈ, ਔਰ ਹਿਰਦੇ 'ਚ ਵੈਰਾਗ ਵੀ ਪ੍ਰਾਪਤ ਹੁੰਦਾ ਹੈ। ਹਾਂਜੀ। ਆਰਾਧ ਏਕੰਕਾਰ ਸਾਚਾ, ਨਿਤ ਦੇ ਚੜ੍ਹੈ ਸਭਾਇਆ। ਉਸ ਏਕੰਕਾਰ ਵਾਹਿਗੁਰੂ ਪਰਮੇਸ਼ਰ ਨੂੰ ਆਰਾਧੋ, ਜੋ ਸੱਚ ਹੈ, ਜੋ ਸੱਚਾ ਉਹਨੂੰ ਆਰਾਧੋ।
ਜੋ ਸੱਚਾ ਉਸ ਨੂੰ ਧਿਆਵੋ। ਆਰਾਧ ਏਕੰਕਾਰ ਸਾਚਾ, ਜਦੋਂ ਉਹਨੂੰ ਸਲਾਹੋਗੇ ਨਾ, ਰੱਦੋਗੇ, ਉਹ ਜੋ ਦਿੰਦਾ ਹੈ ਨਾ ਬਦਲੇ 'ਚ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨੂੰ ਆਰਾਧਨ ਤੋਂ ਬਾਅਦ ਜਦੋਂ ਉਹ ਦਿੰਦਾ ਹੈ ਕੁਝ, ਜੋ ਵੀ ਦਿੰਦਾ ਹੈ, ਉਹਦਾ ਰੰਗ ਸਵਾਇਆ ਹੋ ਕੇ ਚੜ੍ਹਦਾ ਹੈ। ਜੋ ਵੀ ਦਿੰਦਾ ਨਾ ਉਹ ਸਵਾਇਆ ਹੁੰਦਾ ਚਲਿਆ ਜਾਂਦਾ, ਵੱਧਦਾ ਚਲਿਆ ਜਾਂਦਾ। ਦੂਣ ਸਵਾਇਆ ਜਿਹੜਾ ਨਾ ਉਹ ਹੁੰਦਾ ਚਲਿਆ ਜਾਂਦਾ, ਵੱਧਦਾ ਚਲਿਆ ਜਾਂਦਾ। ਨਾਨਕ ਵੇਖਿਆ ਨਦਰ ਕਰ ਚੜਾ ਚਵੱਗਣ ਵੰਨ, ਜਦੋਂ ਵੇਖਦਾ ਨਾ ਤੇ ਜਿੰਨਾ ਰੰਗ ਪਹਿਲਾਂ ਹੁੰਦਾ ਉਹਦੇ ਨਾਲੋਂ 4 ਗੁਣਾ ਰੰਗ ਹੋਰ ਚੜ ਜਾਂਦਾ। ਉਹਦੀ ਦਾਤ ਨਿਤ ਨਿਤ ਵੱਧਦੀ ਹੈ। ਦੁਨੀਆ ਦੇ ਦਾਤਿਆਂ ਵੱਲੋਂ ਦਿੱਤੀਆਂ ਦਾਤਾਂ ਤੁਸੀਂ ਵਰਤਣ ਲੱਗੋ, ਖਰਚਣ ਲੱਗੋ, ਘਟਦੀਆਂ ਨੇ, ਪਰ ਨਿਰੰਕਾਰ ਨੇ ਜਿਹੜੀ ਦਾਤ ਦੇਣੀ ਆ ਨਾ, ਉਹਨੂੰ ਜਿੰਨਾ ਵਰਤੀਏ, ਜਿੰਨਾ ਖਰਚੀਏ, ਹੋਰ ਵੱਧਦੀ ਚਲੀ ਜਾਂਦੀ ਹੈ। ਉਹਦੀ ਦਾਤ ਹੋਰ ਵੱਧਦੀ ਚਲੀ ਜਾਂਦੀ ਹੈ। ਭਾਰਤ ਖੰਡ ਦੀ ਭੂਮੀ ਦੇ ਲੋਕਾਂ ਨੂੰ ਵੱਡੀ ਦਾਤ ਦਿੱਤੀ ਮਹਾਰਾਜ ਕਲਗੀਧਰ ਨੇ, ਖਾਲਸੇ ਪੰਥ ਦੀ ਸਾਜਨਾ ਕਰਕੇ। ਸਮੇਂ ਦੀਆਂ ਸਰਕਾਰਾਂ ਆਖਿਆ ਇਸ ਨੂੰ ਖਤਮ ਕਰੀਏ, ਮੁਕਾਈਏ, ਪਰ ਜਿੰਨਾ ਮੁਕਾਣਾ ਚਾਹਿਆ ਓਨੇ ਹੀ ਵੱਧਦੇ ਚਲੇ ਗਏ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਮੰਨੂ ਜਿਉਂ-ਜਿਉਂ ਵੱਢਦਾ ਅਸੀਂ ਦੂਣ ਸਵਾਏ ਹੋਏ। ਜਿਵੇਂ ਜਿਵੇਂ ਵੱਢਦਾ ਸੀ ਮੰਨੂ, ਤਿਵੇਂ ਕਹਿੰਦੇ ਅਸੀਂ ਦੁੱਗਣੇ ਸਵਾਏ ਹੋਰ ਵੱਧਦੇ ਚਲੇ ਗਏ, ਕਿਉਂਕਿ ਇਹ ਵੀ ਦਾਤ ਹੈ ਕਲਗੀਧਰ ਦੀ, ਖਾਲਸਾ ਪੰਥ। ਹਾਂਜੀ। ਗਾਤ ਸੰਗ ਮੀਤਾ ਸੰਤ ਸੰਗਤ, ਕਰ ਨਦਰ ਮੇਲ ਮਿਲਾਇਆ। ਇਹ ਭਾਈ ਸਾਧ ਸੰਗਤ ਵਿੱਚ ਆ ਕੇ ਜਦੋਂ ਇਕੱਤਰ ਹੁੰਨੇ ਆ, ਇੱਥੇ ਆ ਕੇ ਮੁਕਤੀ ਦੀ ਅਵਸਥਾ ਦਾ ਗਿਆਨ ਹੁੰਦਾ ਕਿ ਮੁਕਤੀ ਕੀ ਹੈ। ਔਰ ਜਦੋਂ ਸਤਿਗੁਰੂ ਜੀ ਨਦਰ ਕਰਦੇ ਨੇ ਸੰਗਤ ਵਿੱਚ, ਤੇ ਨਦਰ ਕਰਕੇ ਵਿਛੜੇ ਹੋਏ ਨੂੰ ਪਰਮੇਸ਼ਰ ਨਾਲ ਮਿਲਾ ਦਿੰਦੇ ਨੇ। ਕਰ ਨਦਰ ਮੇਲ ਮਿਲਾਇਆ, ਨਦਰ ਕਰਕੇ ਮੇਲ ਮਿਲਾ ਦਿੰਦੇ ਨੇ, ਵਿਛੜੇ ਹੋਏ ਨੂੰ ਪਰਮੇਸ਼ਰ ਨਾਲ ਮਿਲਾ ਦਿੰਦੇ ਨੇ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, 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 ਕਰ ਕਿਰਪਾ ਮੇਲੋ ਰਾਮ। ਕਿਰਪਾ ਕਰਦੇ ਆ ਜਿਨ੍ਹਾਂ ਤੇ ਉਹਨਾਂ ਨੂੰ ਮੇਲ ਮਿਲਾ ਦਿੰਦੇ ਨੇ ਵਾਹਿਗੁਰੂ ਨਾਲ। ਕਹਿਣ ਕਹੈ ਸਭ ਕੋਏ, ਕੇਵਡ ਆਖੀਐ। ਬੜੇ ਨੇ ਜਿਹੜੇ ਕਹਿੰਦੇ ਆ, ਕਹਿਣ ਕਹੈ ਸਭ ਕੋਈ। ਕਹਿਣ ਵਾਲੇ ਤਾਂ ਬੜੇ ਨੇ, ਜਿਹੜੇ ਉਸ ਵਾਹਿਗੁਰੂ ਬਾਬਤ ਗੱਲਾਂ ਕਰਦੇ ਆ, ਸਿਫਤਾਂ ਕਰਦੇ ਆ, ਪਰ ਕਿੱਡਾ ਕੁ ਵੱਡਾ ਆਖੀਏ ਉਹਨੂੰ, ਕੋ ਕਿੰਨਾ ਕੁ ਵੱਡਾ ਹੈ। ਕਹਿੰਦੇ ਸਾਰੇ ਮਿਲ ਕੇ ਆਖਣ, ਦੁਨੀਆ ਜਿੰਨੀ ਹੈ, ਜਿੰਨੇ ਜੀਵ ਨੇ, ਸਭ ਮਿਲ ਕੇ ਆਖਣ ਕਿ ਉਹ ਵੱਡਾ ਹੈ, ਵੱਡਾ ਹੈ, ਤਾਂ ਕਿੰਨਾ ਕੁ ਕਹਿ ਲੈਣਗੇ ਵੀ ਉਹ ਵੱਡਾ ਹੈ। ਇਹ ਸਾਰੇ ਜੀਵ ਉਹਦੇ ਇੱਕ ਰੋਮ ਦੇ ਵਿੱਚ ਹੀ ਆ ਜਾਂਦੇ ਆ, ਫਿਰ ਉਸ ਨੂੰ ਕਿੱਡਾ ਕੁ ਵੱਡਾ ਕਹਿਣਗੇ। ਜੇ ਫਿਰ ਸਾਰੇ ਮਿਲ ਕੇ ਆਖਣ ਵੀ ਉਹ ਘੱਟ ਹੈ, ਘੱਟ ਹੈ, ਤਾਂ ਇਹਨਾਂ ਸਾਰਿਆਂ ਦੇ ਮਿਲ ਕੇ ਕਹਿਣ ਨਾਲ ਉਹ ਘੱਟ ਕਿਵੇਂ ਹੋ ਜਾਏਗਾ। ਕੇਵੜ ਆਖੀ ਹੈ, ਕਿੱਡਾ ਵੱਡਾ ਆਖੀ ਉਸ ਨੂੰ। ਉਹਦੇ ਬਾਰੇ ਕੋਈ ਪੈਮਾਨਾ ਹੀ ਨਹੀਂ ਹੈ ਜਿਸ ਪੈਮਾਨੇ ਨਾਲ ਉਹਨੂੰ ਮਾਪਿਆ ਜਾ ਸਕੇ, ਮਿਣਿਆ ਜਾ ਸਕੇ। ਇੱਕ ਛੋਟਾ ਜਿਹਾ ਪੈਮਾਨਾ ਭਾਈ ਗੁਰਦਾਸ ਜੀ ਨੇ ਦੱਸਿਆ। ਉਹ ਕਹਿੰਦੇ ਆ ਕਰੋੜਾਂ ਬ੍ਰਹਿਮੰਡ ਨਜ਼ਰ ਆਉਂਦੇ ਨੇ, ਇੱਕ ਬ੍ਰਹਿਮੰਡ ਸਾਡੇ ਆਲੇ ਦੁਆਲੇ ਹੈ, ਇਹਦੇ ਵਰਗੇ ਕਰੋੜਾਂ ਨੇ, ਅਰਬਾਂ ਨੇ। ਇਹ ਕਰੋੜਾਂ ਬ੍ਰਹਿਮੰਡ ਉਸ ਪਰਮਾਤਮਾ ਦੇ ਕਰੋਮ ਵਿੱਚ ਨੇ,
ਹੁਣ ਮਾਪੋ ਵੀ ਉਹ ਕਿੱਡਾ ਕੁ ਵੱਡਾ ਹੋਵੇਗਾ। ਵਾਹਿ ਵੇਖੋ ਕਿੱਡਾ ਕੁ ਵੱਡਾ ਹੋਵੇਗਾ। ਕੀ ਵੱਡੇ ਆਖੀ ਹੈ, ਕਿੱਡਾ ਵੱਡਾ ਕਹੀਏ ਉਸ ਨੂੰ। ਉਹ ਬੇਅੰਤ ਹੈ। ਬੇਅੰਤ 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 ਕੋ ਕਰੰਤ ਪਾਠ ਪੇਖੀਐ। ਸਿਤ ਸੁਤੀ ਤਪਸਪਤੀ ਬਨਸਪਤੀ ਬਸੇਖੀਐ। ਉਹ ਬੇਅੰਤ ਹੈ। ਕਿੱਡਾ ਵੱਡਾ ਕਹੀਏ, ਕਹਿਣ ਨੂੰ ਸਾਰੇ ਕਹਿ ਰਹੇ ਨੇ, ਉਹਦੀਆਂ ਸਿਫਤਾਂ ਕਹਿ ਰਹੇ ਨੇ, ਪਰ ਉਸ ਨੂੰ ਕਿੰਨਾ ਕੁ ਵੱਡਾ ਬਿਆਨ ਕਰਕੇ ਆਖੀਏ। ਹਾਂਜੀ। ਹਉ ਮੂਰਖ ਨੀਚ ਅਜਾਣ ਸਮਝਾ ਸਾਖੀਐ। ਇਹ ਵਾਹਿਗੁਰੂ ਮੈਂ ਮੂਰਖ ਹਾਂ, ਨੀਚ ਹਾਂ, ਜਾਣ ਹਾਂ। ਮੈਂ ਉਦੋਂ ਸਮਝਾਂਗਾ ਜਦੋਂ ਤੂੰ ਸਿੱਖਿਆ ਦੇ ਕੇ ਸਮਝਾਏਗਾ ਨਾ, ਗਲ ਨਾਲ ਲਾ ਕੇ। ਉਦਾਂ ਮੂਰਖ ਹਾਂ, ਨਾ ਸਮਝ ਹਾਂ, ਨੀਚ ਵੀ ਹਾਂ ਮਹਾਰਾਜ, ਅਣਜਾਣ ਵੀ ਹਾਂ। ਤਾਂ ਸਮਝਾਂਗਾ ਮੇਰੇ ਸਾਹਿਬ ਜਦੋਂ ਤੁਸੀਂ ਸਿੱਖਿਆ ਦੇ ਕੇ ਸਮਝਾਓਗੇ। ਹਾਂਜੀ। ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੇ ਤਿਤ ਮਨ ਮਾਨਿਆ ਮੇਰਾ। ਮੇਰੇ ਗੁਰੂ ਦੀ ਕਹੀ ਹੋਈ ਸਿੱਖਿਆ ਸੱਚੀ ਹੈ। ਸੱਚ ਗੁਰ ਕੀ ਸਾਖੀ, ਆ ਗੁਰੂ ਦੀ ਸਿੱਖਿਆ ਸੱਚੀ। ਇਹ ਅੰਮ੍ਰਿਤ ਭਾਖੀ, ਅੰਮ੍ਰਿਤ ਹੈ ਭਾਈ, ਇਹ ਅੰਮ੍ਰਿਤ ਹੈ ਗੁਰੂ ਕੀ ਸਿੱਖਿਆ। ਤੇ ਤਿਤ ਮਨ ਮਾਨਿਆ ਮੇਰਾ। ਗੁਰੂ ਦੀ ਇਸ ਸਿੱਖਿਆ ਰੂਪੀ ਅੰਮ੍ਰਿਤ ਨਾਲ ਮੇਰਾ ਮਨ ਮੰਨ ਗਿਆ। ਵਿਰਲਾ ਸਿੱਖ ਹੈ ਜਿਹਦਾ ਮੰਨ ਜਾਏ। ਪਾਤਸ਼ਾਹ ਕਹਿੰਦੇ ਤਿਤ ਤਿਸ ਨਾਲ ਮਨ ਮਾਨਿਆ ਮੇਰਾ, ਮੇਰਾ ਮਨ ਮੰਨ ਗਿਆ ਹੈ। ਊਚ ਕਰ ਹੈ ਆਵਹਿ ਬਿਖਲਾ ਦੇ ਸ਼ਬਦ ਸੱਚਾ ਗੁਰ ਮੇਰਾ। ਕਹਿੰਦੇ ਕੂਚ ਕਰ ਰਹੇ ਨੇ, ਜੀਵ ਆਉਂਦੇ ਨੇ ਬਿਖ ਨਾਲ, ਪਾਪਾਂ ਨਾਲ ਭਰੇ ਹੋਏ, ਪਰ ਮੇਰੇ ਸਤਿਗੁਰਾਂ ਦਾ ਕਿਹਾ ਹੋਇਆ ਸ਼ਬਦ ਸੱਚ ਹੈ, ਜਿਸ ਦੁਆਰਾ ਮੈਲ ਧੋਤੀ ਜਾਂਦੀ ਹੈ। ਆਖਣ ਤੋਟ ਨ ਭਗਤ ਭੰਡਾਰੇ ਭਰਪੂਰ ਰਹਿਆ ਸੋਈ। ਮੇਰੇ ਸਾਹਿਬ ਦੇ ਭਗਤੀ ਦੇ ਭੰਡਾਰੇ ਲਬਾ ਲਬ ਭਰੇ ਪਏ ਨੇ, ਭਰਪੂਰ ਨੇ, ਉਹਦੇ ਚ ਕਮੀ ਕੋਈ ਨਹੀਂ। ਤੇਰੀ ਭਗਤ ਭੰਡਾਰ ਭਰੇ ਜੀ। ਪਰਮੇਸ਼ਰ ਦੀ ਭਗਤੀ ਦੇ ਭੰਡਾਰ ਭਰੇ ਪਏ, ਭਰੇ ਬੇਅੰਤ ਬੇਅੰਤਾ, ਭਰੇ ਹੋਏ ਨੇ ਮਹਾਰਾਜ, ਬੇਅੰਤੀ ਨੇ। ਹਾਂਜੀ। ਨਾਨਕ ਸਾਚ ਕਹੈ ਬੇਨੰਤੀ ਮਨ ਮੰਡੈ ਸੱਚ ਸੋਏ। ਏ ਵਾਹਿਗੁਰੂ ਜੀ, ਮੈਂ ਤੁਹਾਡੇ ਚਰਨਾਂ 'ਚ ਸੱਚ ਬੇਨਤੀ, ਸੱਚੇ ਸਾਹਿਬ ਜੀ ਬੇਨਤੀ ਕਰਦਾ ਹਾਂ। ਨਾਨਕ ਸਾਚ ਕਹੈ ਬੇਨੰਤੀ, ਮੈਂ ਬੇਨਤੀ ਕਰਦਾ। ਮਨ ਮਾਂਜੈ, ਜਿਹੜਾ ਮਨ ਨੂੰ ਮਾਂਜ ਲਵੇ, ਮਨ ਨੂੰ ਸ਼ੁੱਧ ਕਰ ਲਵੇ। ਸੱਚ ਸੋਈ, ਉਹੀ ਸੱਚਾ ਹੈ। ਮੈਂ ਮੂੰਹ ਨਾਲ ਆਖੀ ਜਾਵਾਂ ਮੈਂ ਸੱਚਾ ਹਾਂ, ਮੈਂ ਸੱਚਾ ਹਾਂ, ਮੂੰਹ ਨਾਲ ਕਹਿਣ ਨਾਲ ਥੋੜੀ ਸੱਚਾ ਹੋ ਜਾਣਾ। ਸੱਚਾ ਉਦੋਂ ਹੋਵਾਂਗੇ ਜਦੋਂ ਮਨ ਮੰਝਾਂਗੇ, ਮਨ ਸ਼ੁੱਧ ਕਰਾਂਗੇ, ਮਨ ਦੀ ਮੈਲ ਧੋਵਾਂਗੇ, ਫੇਰ ਹਾਂ ਸੱਚੇ। ਜੇ ਸੱਚਾ ਹਿਰਦੇ 'ਚ ਵਸੇਗਾ ਤੇ ਸੱਚੇ ਆ ਨਾ। ਮਹਾਂਪੁਰਸ਼ ਕਹਿੰਦੇ ਆ ਵੀ ਕੀ ਕਰਨਾ ਚਾਹੀਏ ਸ਼ੁਰੂਆਤ ਵਿੱਚ ਵੀ ਇਹ ਮਨ ਮਾਂਜਿਆ ਜਾਏ। ਉਹ ਕਹਿੰਦੇ ਬਰਤਨ ਮਾਂਜੋ, ਤੇ ਬਰਤਨ ਮਾਂਜਣ ਵੇਲੇ ਇਹ ਸੋਚੋ ਕਿ ਆਹ ਜਿਹੜਾ ਜੂਠਾ ਬਰਤਨ ਪਿਆ ਮੈਂ ਮਾਂਜਦਾ, ਇਹ ਆਪਣਾ ਮਨ ਮਾਂਜ ਰਿਹਾ, ਮੇਰਾ ਮਨ ਵੀ ਇਦਾਂ ਦਾ ਜੂਠਾ ਹੈ। ਕਹਿੰਦੇ ਫਿਰ ਜਦੋਂ ਝਾੜੂ ਫੇਰਦੇ ਹੋ, ਉਸ ਵੇਲੇ ਜਦੋਂ ਝਾੜੂ ਫੇਰਦੇ ਆ ਕੂੜਾ ਕਰਕਟ ਬਾਹਰ ਕੱਢਦੇ ਹੋ ਨਾ ਗੁਰੂ ਘਰ ਚੋਂ, ਉਦੋਂ ਸੋਚੋ ਵੀ ਇਹ ਮੈਲ, ਇਹ ਗੰਦਗੀ ਮੇਰੇ ਹਿਰਦੇ 'ਚ ਹੈ, ਮੈਂ ਇਹਨੂੰ ਧੋ ਕੇ ਬਾਹਰ ਕੱਢ ਰਿਹਾ, ਝਾੜੂ ਫੇਰ ਰਿਹਾ ਗੁਰ ਸ਼ਬਦ ਦਾ। ਸੇਵਾ ਵਿੱਚ ਏਦਾਂ ਸੁਰਤ ਖੁੱਭ ਜਾਣੀ ਚਾਹੀਦੀ ਹੈ। ਗੁਰਬਾਣੀ ਪੜ੍ਹ ਰਹੇ ਹੋ ਜਾਂ ਸੁਣ ਰਹੇ ਹੋ,
ਉਦੋਂ ਇਹ ਜਾਣੋ ਕਿ ਮੇਰਾ ਹਿਰਦਾ ਸ਼ੁੱਧ ਕਰਨ ਲਈ ਮੈਂ ਗੁਰਬਾਣੀ ਪੜ੍ਹ ਰਿਹਾ, ਇਹ ਗੁਰਬਾਣੀ ਮੇਰੇ ਹਿਰਦੇ ਦੀ ਮੈਲ ਕੱਟ ਰਹੀ ਹੈ। ਤੇ ਕਹਿੰਦੇ ਜਿਹੜਾ ਮਨ ਮਾਂਜ ਲੈਂਦਾ ਨਾ ਉਹ ਸੱਚਾ ਹੋ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ। ਸਾਡਾ ਗਾਵਿਆ ਤੇ ਸੁਣਿਆ ਸਤਿਗੁਰੂ ਜੀ ਥਾਏ ਪਾਵਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।